गवर्नर ने मुख मंत्री मान नूं एक तरीके नाल जवाब दिता है ते सीधे तौर दे उत्ते कह दिता है कि 19 ਅਤੇ 20 जून नूं जब पिछले महीने इजलास सद्दिया गया सी ਉਹ कानून ਦੇ तहत नहीं सी। ਇਹ ਵੱਡੀ खबर है। इस समय चारे बिल कानून ते प्रक्रिया की उलंघना है। ਇਹ गवर्नर ਦੇ ਵੱਲੋਂ ਕਿਹਾ ਗਿਆ ਬਕਾਇਦਾ ਮੁੱਖ ਮੰਤਰੀ ਦੇ ਨਾਮ ਦੇ ਉੱਤੇ ਲਿਖੀ ਗਈ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਤੇ ਕਿਹਾ ਕਿ ਮੈਂ ਅਟਾਰਨੀ ਜਨਰਲ ਤੋਂ ਕਾਨੂੰਨੀ ਰਾਏ ਲਵਾਂਗਾ। दरअसल 19 ਅਤੇ 20 ਜੂਨ ਨੂੰ ਇਜਲਾਸ ਸੱਦਿਆ ਗਿਆ ਸੀ ਪੰਜਾਬ ਵਿਧਾਨ ਸਭਾ ਦਾ, ਜਿਸ ਦੇ ਵਿੱਚ 4 ਬਿੱਲ ਪਾਸ ਕੀਤੇ ਗਏ। ਉਸ ਦੇ ਵਿੱਚ ਗੁਰਦੁਆਰਾ ਸੋਧ ਬਿੱਲ 2023 ਵੀ ਸੀ, ਜਿਸ ਦੇ ਵਿੱਚ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਿਹੜਾ ਸੋਧ ਕੀਤੀ ਗਈ ਸੀ। ਇਸ ਦੇ ਨਾਲ ਹੀ 3 ਹੋਰ ਬਿੱਲ ਵੀ ਸੀ ਤੇ ਸਭ ਦੇ ਵਿਚਾਲੇ ਕਿਉਂਕਿ ਗਵਰਨਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ, ਮੁੱਖ ਮੰਤਰੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਉਸ ਮਨਜ਼ੂਰੀ ਨੂੰ ਲੈ ਕੇ ਤੇ ਇਸ ਵਿਚਾਲੇ ਹੁਣ ਗਵਰਨਰ ਦੇ ਵੱਲੋਂ ਚਿੱਠੀ ਲਿਖ ਕੇ ਬਕਾਇਦਾ ਜਵਾਬ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਗਿਆ ਤੇ ਜਿਸ ਦੇ ਵਿੱਚ ਜ਼ਿਕਰ ਇਹ ਕਰ ਦਿੱਤਾ ਗਿਆ ਕਿ 19 ਅਤੇ 20 ਜੂਨ ਨੂੰ ਜੋ ਇਜਲਾਸ ਸੱਦਿਆ ਗਿਆ ਸੀ ਉਹ ਕਾਨੂੰਨ ਦੇ ਤਹਿਤ ਨਹੀਂ ਸੀ। ਚਾਰੇ ਬਿੱਲ ਕਾਨੂੰਨ ਤੇ ਪ੍ਰਕਿਰਿਆ ਦੀ ਉਲੰਘਣ ਹੈ। ਇਹ ਵੀ ਕਹਿ ਦਿੱਤਾ ਗਿਆ ਇਸ ਚਿੱਠੀ ਦੇ ਜ਼ਰੀਏ 19 ਅਤੇ 20 ਜੂਨ ਦਾ ਇਜਲਾਸ ਕਾਨੂੰਨ ਦੇ ਤਹਿਤ ਨਹੀਂ ਸੀ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਜੇਕਰ ਕਾਨੂੰਨ ਦੇ ਮੁਤਾਬਿਕ ਇਜਲਾਸ ਨਹੀਂ ਸੀ ਤਾਂ ਫਿਰ ਜਿਹੜਾ ਉਸਦੇ ਉੱਥੇ ਬਿਜ਼ਨਸ ਹੋਇਆ ਉਸ ਦੇ ਉੱਤੇ ਵੀ ਕੁਐਸਚਨ ਮਾਰਕ ਜ਼ਰੂਰ ਖੜਾ ਹੁੰਦਾ ਹੈ। मैं अटारनी जनरल तो भी राय लवांगा। बेसिकली इस पूरी चिट्ठी ਦੇ ਵਿੱਚ ਕੀ ਕੁਝ ਕਿਹਾ ਗਿਆ ਸੀ ਤੁਹਾਨੂੰ ਪੂਰਾ ਤਫਸੀਲ ਦੇ ਨਾਲ ਸਮਝਾਵਾਂਗੇ। 19 ਅਤੇ 20 ਜੂਨ ਨੂੰ ਪਿਛਲੇ ਮਹੀਨੇ ਇਜਲਾਸ ਸੱਦਿਆ ਗਿਆ ਸੀ ਪੰਜਾਬ ਵਿਧਾਨ ਸਭਾ ਦਾ। ਉੱਥੇ 4 ਬਿੱਲ ਪਾਸ ਕੀਤੇ ਗਏ। ਗੁਰਦੁਆਰਾ ਸੋਧ ਐਕਟ 2023 ਉਹਨਾਂ ਦੇ ਵਿੱਚੋਂ ਇੱਕ ਹੈ। ਖੈਰ ਉਸ ਦੇ ਉੱਤੇ ਇੱਕ ਪਾਸੇ ਸਿਆਸਤ ਹੋ ਰਹੀ ਸੀ। ਮੁੱਖ ਮੰਤਰੀ ਚਿੱਠੀ ਲਿਖਦੇ ਨੇ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਮਨਜ਼ੂਰੀ ਦਿਵੋ ਕਿਉਂਕਿ 23 ਜੂਨ ਮਾਫੀ ਚਾਹੂੰਗਾ 23 ਜੁਲਾਈ ਜਿਹੜਾ ਨਿੱਜੀ ਚੈਨਲ ਦੇ ਕੋਲ ਅਧਿਕਾਰ ਨੇ ਉਹ ਆਖਰੀ ਦਿਨ ਹੈ ਤੇ ਇਸ ਕਰਕੇ ਉਸ ਤੋਂ ਪਹਿਲਾਂ ਤੁਸੀਂ ਮਨਜ਼ੂਰੀ ਦਿਵੋ। ਤਾਂ ਹੁਣ ਉਸ ਚਿੱਠੀ ਦੇ ਜਵਾਬ ਦੇ ਵਿੱਚ ਜੋ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਨੇ ਉਹਨਾਂ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਤੇ ਕਿਹਾ ਕਿ 19 ਅਤੇ 20 ਜੂਨ ਨੂੰ ਜੋ ਇਜਲਾਸ ਸੱਦਿਆ ਗਿਆ ਸੀ ਉਹ ਕਾਨੂੰਨ ਦੇ ਤਹਿਤ ਨਹੀਂ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੁਰੂਆਤੀ ਤੌਰ ਤੇ ਜਿਹੜੀ ਅਸੀਂ ਰਾਏ ਲਈ ਹੈ ਉਸ ਦੇ ਮੁਤਾਬਿਕ ਇਹ ਸਾਫ਼ ਹੈ ਕਿ ਜਿਹੜਾ 19 ਅਤੇ 20 ਤਰੀਕ ਨੂੰ ਇਜਲਾਸ ਸੱਦਿਆ ਗਿਆ ਉਹ ਕਾਨੂੰਨ ਦੇ ਮੁਤਾਬਿਕ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਅਟਾਰਨੀ ਜਨਰਲ ਆਫ ਇੰਡੀਆ ਤੋਂ ਵੀ ਇਸ ਮੁਤਲਕ ਰਾਏ ਲਵਾਂਗਾ ਕਿ ਆਖਿਰ ਇਹ ਕਾਨੂੰਨ ਦੇ ਮੁਤਾਬਿਕ ਇਜਲਾਸ ਸੱਦਿਆ ਗਿਆ ਜਾਂ ਫਿਰ ਨਹੀਂ। ਜੇ ਇਜਲਾਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਇਸ ਦਾ ਸਿੱਧਾ ਜਿਹਾ ਮਤਲਬ ਹੈ ਦੋ ਤਰੀਕੇ ਨਾਲ ਇਸ ਪੂਰੀ ਖਬਰ ਨੂੰ ਸਮਝਣ ਦੀ ਜ਼ਰੂਰਤ ਹੈ। ਪਹਿਲੀ ਕਿ ਜੇਕਰ ਰਾਜਪਾਲ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜੋ ਇਜਲਾਸ ਸੱਦਿਆ ਗਿਆ ਉਹ ਕਾਨੂੰਨ ਦੇ ਮੁਤਾਬਿਕ ਨਹੀਂ ਸੀ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੋਏਗਾ ਕਿ ਜੋ ਵਿਧਾਨ ਸਭਾ ਦੇ ਅੰਦਰ ਕਾਰਵਾਈ ਹੋਈ, ਜੋ ਬਿਜ਼ਨਸ ਹੋਇਆ, ਜਿਹੜੇ ਬਿੱਲ ਪਾਸ ਕੀਤੇ ਗਏ ਉਹਨਾਂ ਦੇ ਉੱਤੇ ਵੀ ਫਿਰ ਕੁਐਸਚਨ ਮਾਰਕ ਆਉਂਦਾ ਹੈ ਕਿਉਂਕਿ ਪਹਿਲਾਂ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਯਾਨੀ ਕਿ ਲੀਗਲ ਤਾਂ ਪੂਰਾ ਪ੍ਰੋਸੈਸ ਹੋਵੇ। ਉਸ ਤੋਂ ਬਾਅਦ ਫਿਰ ਜਿਹੜੇ ਗਵਰਨਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਜਾਂ ਫਿਰ ਜਿਹੜੇ ਗਵਰਨਰ ਦੇ ਕੋਲ ਪਾਸ ਹੋਣ ਦੇ ਲਈ ਬਿੱਲ ਜਾਂਦੇ ਨੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਦੋਂ ਕੋਈ ਬਿੱਲ ਪਾਸ ਹੁੰਦਾ ਹੈ ਤਾਂ ਫਿਰ ਆਪਾਂ ਸਾਰੇ ਜਾਣਦੇ ਹਾਂ ਕਿ ਸੰਵਿਧਾਨ ਦੇ ਮੁਤਾਬਿਕ ਉਸ ਦੀ ਮਨਜ਼ੂਰੀ ਗਵਰਨਰ ਦੇ ਵੱਲੋਂ ਲਈ ਜਾਣੀ ਜ਼ਰੂਰੀ ਹੁੰਦੀ ਹੈ। ਜਿਵੇਂ ਹੁਣ 4 ਬਿੱਲ ਪਾਸ ਹੋਏ ਤਾਂ ਉਸ ਦੇ ਉੱਤੇ ਵੀ ਮਨਜ਼ੂਰੀ ਜ਼ਰੂਰੀ ਹੈ ਗਵਰਨਰ ਦੀ ਤੇ ਗਵਰਨਰ ਦੀ ਮਨਜ਼ੂਰੀ ਦੇ ਲਈ ਹੀ ਮੁੱਖ ਮੰਤਰੀ ਨੇ ਲਿਖਿਆ ਸੀ। ਹੁਣ ਗਵਰਨਰ ਕਹਿ ਰਹੇ ਨੇ ਤੇ ਉਹਨਾਂ ਨੇ ਬਕਾਇਦਾ ਚਿੱਠੀ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਤੁਸੀਂ ਕਿਸ ਦਾ ਜ਼ਿਕਰ ਕਰ ਰਹੇ ਹੋ। ਤੁਸੀਂ ਜ਼ਿਕਰ ਕਰ ਰਹੇ ਹੋ 4 ਬਿੱਲਾਂ ਦਾ, ਪਰ ਜਿਹੜਾ ਤੁਸੀਂ 19 ਜੂਨ ਅਤੇ 20 ਜੂਨ ਨੂੰ ਇਜਲਾਸ ਸੱਦਿਆ ਉਹੀ ਸਵਾਲਾਂ ਦੇ ਘੇਰੇ ਦੇ ਵਿੱਚ ਉਹੀ ਕਾਨੂੰਨ ਦੇ ਮੁਤਾਬਿਕ ਨਹੀਂ ਸੀ। ਜੇ ਉਹ ਕਾਨੂੰਨ ਦੇ ਮੁਤਾਬਿਕ ਨਹੀਂ ਸੀ ਤਾਂ ਫਿਰ ਜਿਹੜੇ 4 ਬਿੱਲ ਨੇ ਉਹਨਾਂ ਨੂੰ ਲੈ ਕੇ ਵੀ ਅੱਗੇ ਵਿਚਾਰ ਕੀਤਾ ਜਾਵੇਗਾ। ਇਹ ਜ਼ਿਕਰ ਆਪਣੀ ਚਿੱਠੀ ਦੇ ਵਿੱਚ ਕੀਤਾ ਗਿਆ ਹੈ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਇਹ ਬ੍ਰੀਚ ਆਫ ਲਾਅ ਹੈ ਜਿਸ ਤਰੀਕੇ ਨਾਲ ਸੈਸ਼ਨ ਸੱਦਿਆ ਗਿਆ ਸੀ। ਕਾਬਿਲੇ ਗੌਰ ਹੈ ਕਿ ਪਿਛਲੇ ਸਾਲ ਜਿਸ ਤਰੀਕੇ ਨਾਲ ਸੈਸ਼ਨ ਨੂੰ ਲੈ ਕੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ ਤਣਾਅ ਦਾ ਮਾਹੌਲ ਸੀ ਜਾਂ ਕਹੀਏ ਕਿ ਤਲਖੀ ਨਜ਼ਰ ਆ ਰਹੀ ਸੀ ਤੇ ਇੱਕ ਵਾਰ ਤਾਂ ਸੈਸ਼ਨ ਅੱਗੇ ਮੁਲਤਵੀ ਵੀ ਕਰਨਾ ਪੈ ਗਿਆ ਸੀ ਤੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ ਤਲਖੀ ਜ਼ਰੂਰ ਇੱਕ ਵਾਰ ਫਿਰ ਤੋਂ ਨਜ਼ਰ ਆ ਰਹੀ ਹੈ ਤਾਂ ਕਿ ਵਾਕਈ ਹੀ ਇਸ ਤਰੀਕੇ ਨਾਲ ਹੀ ਸੈਸ਼ਨ ਨੂੰ ਲੈ ਕੇ ਸਵਾਲ ਉੱਠਣਗੇ। ਤਾਂ ਜੇਕਰ ਸਵਾਲ ਚੁੱਕੇ ਗਏ ਨੇ ਤਾਂ ਇਸ ਦਾ ਮਤਲਬ ਇਹ ਵੀ ਕੱਢਿਆ ਜਾਵੇ ਕਿ ਫਿਲਹਾਲ ਤਾਂ ਗਵਰਨਰ ਦੀ ਮਨਜ਼ੂਰੀ ਇਹਨਾਂ ਬਿੱਲਾਂ ਨੂੰ ਲੈ ਕੇ ਨਹੀਂ ਮਿਲੇਗੀ। ਜੇਕਰ ਮਨਜ਼ੂਰੀ ਨਹੀਂ ਮਿਲੇਗੀ ਤਾਂ 23 ਤਰੀਕ ਤੱਕ ਤਾਂ ਜੇ ਬਿੱਲਾਂ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਫਿਰ 23 ਤਰੀਕ ਤੱਕ ਉਹ ਕਾਨੂੰਨ ਦੀ ਸ਼ਕਲ ਲੈਣਾ ਤੇ ਉਸ ਤੋਂ ਬਾਅਦ ਅੱਗੇ ਦਾ ਪੂਰਾ ਪ੍ਰੋਸੈਸ ਗੁਰਦੁਆਰਾ ਸੋਧ ਐਕਟ 2023 ਦਾ ਬਿੱਲ ਦਾ ਐਕਟ ਬਣਨਾ ਮੁਸ਼ਕਿਲ ਨਜ਼ਰ ਆ ਰਿਹਾ ਕਿਉਂਕਿ 23 ਤਰੀਕ ਵੀ ਜ਼ਿਆਦਾ ਦੂਰ ਨਹੀਂ ਹੈ। ਗਵਰਨਰ ਦੇ ਕੋਲ ਬਿੱਲ ਜਾਂਦੇ ਨੇ ਉਹਨਾਂ ਦੇ ਉੱਤੇ ਮੋਹਰ ਲੱਗਦੀ ਹੈ ਉਸ ਤੋਂ ਬਾਅਦ ਹੀ ਉਹ ਐਕਟ ਜਾਂ ਫਿਰ ਕਾਨੂੰਨ ਬਣਦਾ ਉਸ ਸਮੇਂ ਤੱਕ ਇਹ ਪੂਰਾ ਫਾਈਲਾਂ ਦੇ ਵਿੱਚ ਹੀ ਹੁੰਦਾ ਹੈ। ਤਾਂ ਗਵਰਨਰ ਨੇ ਜਿਹੜੀ ਚਿੱਠੀ ਲਿਖੀ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਪੰਜਾਬ ਦਾ ਸਪੈਸ਼ਲ ਵਿਧਾਨ ਸਭਾ ਸੈਸ਼ਨ ਵਾਜ਼ ਇਨ ਬ੍ਰੀਚ ਆਫ ਲਾਅ ਇਹ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ
ਕਿਹਾ ਗਿਆ ਹੈ। ਤਾਂ ਸਿੱਧਾ ਜਿਹਾ ਮਤਲਬ ਹੈ ਕਿ ਇੱਕ ਤਰੀਕੇ ਦੇ ਨਾਲ ਜ਼ਰੂਰ ਸਵਾਲ ਚੁੱਕ ਦਿੱਤੇ ਗਏ ਨੇ ਪੂਰੇ ਦੇ ਪੂਰੇ ਸੈਸ਼ਨ ਦੇ ਉੱਤੇ। 19 ਤੇ 20 ਤਰੀਕ ਦਾ ਜਿਹੜਾ ਸੈਸ਼ਨ ਸੀ ਸੱਦਿਆ ਗਿਆ ਸੀ ਉਸ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਗਏ ਨੇ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੋਏਗਾ ਕਿ ਜਿਹੜੇ ਬਾਕੀ ਦੇ ਬਿੱਲ ਪਾਸ ਕਰ ਦਿੱਤੇ ਗਏ ਜਾਂ ਜਿਹੜੇ ਬਿੱਲ ਪਾਸ ਹੋ ਕੇ ਰਾਜਪਾਲ ਦੀ ਮਨਜ਼ੂਰੀ ਦੇ ਲਈ ਗਏ ਨੇ ਉਹਨਾਂ ਦੇ ਉੱਤੇ ਵੀ ਫਿਲਹਾਲ ਦੇ ਲਈ ਤਾਂ ਕੋਈ ਪਿਕਚਰ ਕਲੀਅਰ ਹੁੰਦੀ ਨਜ਼ਰ ਨਹੀਂ ਆ ਰਹੀ ਆ। ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਇਸ ਸੈਸ਼ਨ ਦੇ ਉੱਤੇ ਸਵਾਲ ਚੁੱਕਣ ਦਾ ਮਤਲਬ ਇਹ ਹੋਏਗਾ ਕਿ ਜਿਹੜੇ 4 ਬਿੱਲ ਸੀ ਉਹ ਫਿਲਹਾਲ ਰਾਜਪਾਲ ਦੇ ਵੱਲੋਂ ਇੱਕ ਤਰੀਕੇ ਨਾਲ ਠੰਡੇ ਬਸਤੇ ਦੇ ਵਿੱਚ ਪਾ ਦਿੱਤੇ ਗਏ। ਹਰਜੀਤ ਗਰੇਵਾਲ ਇਸ ਸਮੇਂ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਨੇ ਜੁੜ ਰਹੇ ਨੇ। ਗਰੇਵਾਲ ਸਾਹਿਬ, ਲਾਜ਼ਮੀ ਤੌਰ ਤੇ ਸਵਾਲ ਉੱਠ ਰਹੇ ਨੇ, ਤੁਸੀਂ ਵੀ ਉਮੀਦ ਹੈ ਕਿ ਉਹ ਚਿੱਠੀ ਪੜ੍ਹੀ ਹੋਏਗੀ ਕਿ ਆਖਿਰ ਕੀ ਕੁਝ ਉਸ ਦੇ ਵਿੱਚ ਰਾਜਪਾਲ ਦੇ ਵੱਲੋਂ ਕਿਹਾ ਜਾ ਰਿਹਾ। ਤੁਹਾਡੀ ਫਸਟ ਸਟੇਟਮੈਂਟ ਇਸ ਪੂਰੀ ਇਸ ਸਮੇਂ ਜੋ ਬਿਆਨਬਾਜ਼ੀ ਹੋ ਰਹੀ ਹੈ ਉਸ ਨੂੰ ਲੈ ਕੇ। ਦੇਖੋ, ਗਵਰਨਰ ਸਾਹਿਬ ਜਿਹੜੇ ਆ ਉਹ ਸਟੇਟ ਦੇ ਸੰਵਿਧਾਨਕ ਪ੍ਰਮੁੱਖ ਨੇ ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਕਰਨੀ, ਮੈਂ ਸਮਝਦਾ ਮੀਡੀਆ 'ਚ ਚਲੇ ਜਾਣਾ ਔਰ ਇਹ ਸਭ ਕਰਨਾ, ਇਹ ਇੱਕ ਤਰ੍ਹਾਂ ਨਾਲ ਹੰਕਾਰ ਹੈ ਇਸ ਸਰਕਾਰ ਦਾ, ਆਮ ਆਦਮੀ ਪਾਰਟੀ ਦਾ। ਇਹ ਨਹੀਂ ਹੋਣਾ ਚਾਹੀਦਾ ਔਰ ਉਹਨਾਂ ਨੂੰ ਉਹਨਾਂ ਨਾਲ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਆ। ਔਰ ਉਹ ਜੇ ਸਿੱਧਾ ਹੀ ਭਾਰਤ ਸਰਕਾਰ ਤੇ ਹਮਲਾ ਕਰ ਦਿੰਦੇ ਆ ਅਰੇ ਉਹ ਤਾਂ ਰਾਸ਼ਟਰਪਤੀ ਦੇ ਪ੍ਰਤੀਨਿਧੀ ਨੇ, ਇੱਥੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆ ਸਟੇਟ ਦੇ ਵਿੱਚ, ਤੇ ਇਸ ਲਈ ਫਿਰ ਜੇ ਕੋਈ ਗੱਲ ਕਰਨੀ ਹੈ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਗੱਲ। ਤੇ ਇਸ ਤਰ੍ਹਾਂ ਸਟੇਟ ਸੈਂਟਰਲ ਗਵਰਨਮੈਂਟ ਤੇ ਸਵਾਲ ਉਠਾਉਣੇ ਮੈਂ ਸਮਝਦਾ ਬੜੀ ਮੰਦਭਾਗੀ ਗੱਲ ਆ। ਇਹ ਪੋਲੀਟੀਕਲ ਲੜਾਈ ਲੜ ਰਹੇ ਆ, ਨਾ ਕਿ ਕੋਈ ਸੰਵਿਧਾਨਿਕ ਕੋਈ ਗੱਲ ਹੈਗੀ ਇਹਦੇ 'ਚ। ਤੇ ਉਹਨਾਂ ਦਾ ਸਨਮਾਨ ਕਰਨਾ, ਸੰਵਿਧਾਨ ਦਾ ਸਨਮਾਨ ਕਰਨਾ ਤੇ ਲੋਕਤੰਤਰ, ਜੇ ਉਹਨਾਂ ਦੀ ਤੋਹੀਨ ਕਰਦੇ ਆ ਤਾਂ ਡੈਮੋਕ੍ਰੇਸੀ ਦੀ ਤੋਹੀਨ ਕਰਦੇ ਆ। ਤੇ ਅੱਛੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ ਲੋਕਤੰਤਰ 'ਚ, ਜੋ ਟ੍ਰੈਡੀਸ਼ਨਸ ਤੁਸੀਂ ਪਾ ਲਓ ਉਹਨਾਂ ਤੇ ਬੇਸ ਕਰਨਾ, ਠੀਕ ਹੈ ਜੀ। ਨਹੀਂ ਦੇਖੋ ਗਰੇਵਾਲ ਸਾਹਿਬ, ਪੂਰਾ ਪੁਆਇੰਟ ਜਿਹੜਾ ਚੁੱਕਿਆ ਜਾ ਰਿਹਾ ਹੈ ਕਿ ਸੈਸ਼ਨ ਜਿਹੜਾ ਸੱਦਿਆ ਗਿਆ, ਕਿਉਂਕਿ ਸੈਸ਼ਨ ਨੂੰ ਲੈ ਕੇ ਪਹਿਲਾਂ ਵੀ ਬਵਾਲ ਹੋਇਆ ਹੈ, ਤੁਸੀਂ ਬਖੂਬੀ ਸਮਝਦੇ ਹੋ ਕਿ ਸੈਸ਼ਨ ਨੂੰ ਲੈ ਕੇ ਹੀ, ਕਿਉਂਕਿ ਇਹ ਕਿਹਾ ਗਿਆ ਸਰਕਾਰ ਦੇ ਵੱਲੋਂ ਕਿ ਦੇਖੋ ਅਸੀਂ ਸੁਪਰੀਮ ਕੋਰਟ ਚਲੇ ਗਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਸੈਸ਼ਨ ਸੱਦਣ ਦਾ ਅਧਿਕਾਰ ਹੈ ਸਰਕਾਰ ਨੂੰ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਤਾਂ ਹੁਣ ਤਾਂ ਸੈਸ਼ਨ ਦੇ ਉੱਤੇ ਉਹ ਸਵਾਲ ਚੁੱਕ ਰਹੇ ਨੇ। ਬਿੱਲ ਦੂਜੇ ਨੰਬਰ ਤੇ ਆਏਗਾ। ਉਹ ਪਹਿਲਾਂ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਸੈਸ਼ਨ ਸੱਦਿਆ 19 ਤੇ 20 ਤਰੀਕ ਦਾ, ਉਸ ਦੇ ਉੱਤੇ ਸਵਾਲ ਹੈ ਕਿ ਉਹ ਲੀਗਲ ਨਹੀਂ ਸੀ। ਬਿਲਕੁਲ, ਉਹ ਗਵਰਨਰ ਸਾਹਿਬ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਸੱਦ ਸਕਦੇ ਸੀ। ਉਹ ਤਾਂ ਇਹ ਜ਼ਬਰਦਸਤੀ ਕਰ ਰਹੇ ਆ ਔਰ ਇਹ ਤੋਹੀਨ ਕਰ ਰਹੇ ਆ ਸੰਵਿਧਾਨਿਕ ਪ੍ਰਮੁੱਖ ਦੀ, ਸਟੇਟ ਦੀ। ਔਰ ਇੱਕ ਤਰ੍ਹਾਂ ਨਾਲ ਸੰਵਿਧਾਨ ਦੀ ਤੋਹੀਨ ਆ ਕਿ ਉਸ ਨੂੰ ਨਹੀਂ ਮੰਨਦੇ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਗਾ ਕੇ ਰੱਖਦੇ ਆ ਪਰ ਗਵਰਨਰ ਸਾਹਿਬ ਨੂੰ ਮੰਨਦੇ ਨਹੀਂ, ਜਿਹੜੇ ਉਹਨਾਂ ਨੇ ਹੀ ਇਹ ਸਾਰਾ ਜਿਹੜਾ ਹੈਗਾ ਇਹ ਬਣੇ ਨੇ ਰਾਸ਼ਟਰਪਤੀ, ਗਵਰਨਰ ਔਰ ਜਿੰਨੇ ਵੀ ਹੈਗੇ ਆ, ਇਹ ਸਭ ਉਸ ਸੰਵਿਧਾਨ ਦੇ ਮੁਤਾਬਕ ਹੀ ਹੈ ਜੀ, ਕਾਨੂੰਨ ਸੰਮਤ ਹੈ। ਤੇ ਕਾਨੂੰਨ ਦੀ ਤੇ ਸੰਵਿਧਾਨ ਦੀ ਤੋਹੀਨ ਆ ਉਹ, ਜੋ ਇਹਨਾਂ ਨੂੰ ਨਹੀਂ ਮੰਨਦਾ ਜੀ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੀਆਂ ਟਿੱਪਣੀਆਂ ਆ ਰਹੀਆਂ ਨੇ ਕਿ ਕਾਨੂੰਨ ਦੇ ਮੁਤਾਬਿਕ ਹੀ ਗਵਰਨਰ ਸਾਹਿਬ ਸਭ ਕੁਝ ਕਰ ਰਹੇ ਨੇ, ਪਰ ਇਹ ਪੂਰਾ ਮਾਮਲਾ ਇਸ ਤੋਂ ਪਹਿਲਾਂ ਵੀ ਭਖਿਆ, ਖਾਸ ਤੌਰ ਤੇ ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਇਸ ਪੂਰੀ ਖਬਰ ਨੂੰ ਦੋ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ। ਇੱਕ ਹੈ ਬਿੱਲ, ਜਿਨ੍ਹਾਂ ਨੂੰ ਲੈ ਕੇ ਚਿੱਠੀ ਲਿਖੀ ਗਈ 15 ਤਰੀਕ ਨੂੰ ਮੁੱਖ ਮੰਤਰੀ ਦੇ ਵੱਲੋਂ ਕਿ ਬਿੱਲ ਪਾਸ ਕਰ ਦਿਓ ਰਾਜਪਾਲ ਸਾਹਿਬ, ਤਾਂ ਉਸ ਦੇ ਉੱਤੇ ਹੁਣ ਜਵਾਬ ਦਿੱਤਾ ਹੈ। ਪਰ ਬਿੱਲ ਦੇ ਉੱਤੇ ਗੱਲਬਾਤ ਕਰ ਰਹੇ ਨੇ ਰਾਜਪਾਲ, ਪਰ ਉਸ ਤੋਂ ਪਹਿਲਾਂ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਸੈਸ਼ਨ ਸੱਦਿਆ ਸੀ ਉਹ ਸੈਸ਼ਨ ਪੂਰੇ ਦੇ ਉੱਤੇ ਹੀ ਕੁਐਸਚਨ ਮਾਰਕ ਹੈ ਕਿ ਉਹ ਲੀਗਲ ਸੀ ਨਹੀਂ ਸੀ, ਕਾਨੂੰਨ ਦੇ ਮੁਤਾਬਿਕ ਸੀ ਨਹੀਂ ਸੀ, ਸੰਵਿਧਾਨ ਦੇ ਮੁਤਾਬਿਕ ਸੀ ਕਿ ਨਹੀਂ ਸੀ। ਤਾਂ ਇਹ ਸਾਰੀਆਂ ਗੱਲਾਂ ਦੋ ਤਰੀਕੇ ਨਾਲ ਸਾਹਮਣੇ ਨਜ਼ਰ ਆ ਰਹੀਆਂ ਹੈ ਕਿ ਜੇਕਰ ਸੈਸ਼ਨ ਦੇ ਉੱਤੇ ਹੀ ਸਵਾਲ ਚੁੱਕ ਦਿੱਤਾ ਕਿ ਸੈਸ਼ਨ ਲੀਗਲ ਨਹੀਂ ਸੀ ਜਾਂ ਸੰਵਿਧਾਨ ਦੇ ਮੁਤਾਬਿਕ ਨਹੀਂ ਸੀ, ਤਾਂ ਫਿਰ ਕੀ ਉਸ ਦੇ ਵਿੱਚ ਜਿਹੜਾ ਬਿਜ਼ਨਸ ਹੋਇਆ, ਜਿਹੜੇ ਬਿੱਲ ਪਾਸ ਕੀਤੇ ਗਏ ਕਿ ਉਹ ਕਾਨੂੰਨ ਦੀ ਸ਼ਕਲ ਲੈ ਸਕਦੇ ਨੇ ਜਾਂ ਨਹੀਂ, ਜੇ ਸੈਸ਼ਨ ਨੂੰ ਹੀ ਲੈ ਕੇ ਸਵਾਲ ਖੜੇ ਕਰ ਦਿੱਤੇ ਗਏ। ਤਾਂ ਇਸ ਕਰਕੇ ਪਹਿਲਾਂ 19 ਤੇ 20 ਤਰੀਕ ਦਾ ਜਿਹੜਾ ਸੈਸ਼ਨ ਹੈ ਜਿਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ, ਪੁਆਇੰਟ ਨੰਬਰ 1 ਉਹੀ ਹੈ। ਉਸ ਤੋਂ ਬਾਅਦ ਦੂਜਾ ਪੁਆਇੰਟ ਹੈ ਜਿਹੜਾ ਬਿੱਲ ਜਿਹੜੇ ਪਾਸ ਕੀਤੇ ਗਏ ਨੇ, 4 ਬਿੱਲ, ਜਿਨ੍ਹਾਂ ਦੇ ਵਿੱਚ ਇੱਕ ਗੁਰਦੁਆਰਾ ਸੋਧ ਐਕਟ ਸੋਧ ਬਿੱਲ 2023 ਵੀ ਸ਼ਾਮਲ ਸੀ, ਜਿਸ ਦੇ ਉੱਤੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ। ਤਾਂ ਉਸ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਲਾਜ਼ਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਗੱਲਬਾਤ ਹੋਏਗੀ ਜਾਂ ਫਿਰ ਗਵਰਨਰ ਦੇ ਵੱਲੋਂ ਕੋਈ ਬਿਆਨ ਦਿੱਤਾ ਜਾਏਗਾ। ਉਹਨਾਂ ਨੇ ਵੀ ਜ਼ਰੂਰ ਕਿਹਾ ਕਿ ਮੈਂ ਅਟਾਰਨੀ ਜਨਰਲ ਆਫ ਇੰਡੀਆ ਤੋਂ ਵੀ ਰਾਏ ਇਸ ਪੂਰੇ ਮੁੱਦੇ ਦੇ ਉੱਤੇ ਲਵਾਂਗਾ ਕਿ ਆਖਿਰ ਜੋ ਕੁਝ ਉੱਥੇ ਸੈਸ਼ਨ ਸੱਦਿਆ ਗਿਆ ਉਸ ਲੀਗਲ ਸੀ ਨਹੀਂ, ਜਾਂ ਫਿਰ ਉਸ ਦੇ ਵਿੱਚ ਜਿਹੜਾ ਬਿਜ਼ਨਸ ਹੋਇਆ ਉਹ ਕਾਨੂੰਨ ਦੇ ਪ੍ਰੋਸੀਜਰ ਦੇ ਮੁਤਾਬਿਕ ਸੀ ਜਾਂ ਨਹੀਂ ਸੀ।